ਵੇਖਿਆ ਤਾਂ ਦਰਵਾਜ਼ਾ ਖੋਲਿਆ ਤੇ ਬੰਦਾ ਦੇ ਉੱਤੇ ਚੜਿਆ। ਮੈਂ ਬੇਗਮ ਤੇਰੀ ਹੈ। ਹਾਂ ਮੈਂ ਇਸਤਰੀ ਫੜੀ ਤੇ ਇੰਨਾ ਕੱਪਰ ਉਹਦਾ ਮੈਂ ਖੋਲ ਦਿੱਤਾ। ਚਾਹ ਦੇ ਵਿੱਚ ਨਸ਼ਾ ਮਿਲ ਹਾਂਜੀ ਚਾਹ 'ਚ। ਬੱਚੇ ਨੂੰ ਵੀ ਨਸ਼ਾ ਕਰਵਾਉਂਦੀ ਸੀ? ਹਾਂਜੀ ਮੇਰੇ ਬੱਚਿਆਂ ਨੂੰ ਵੀ ਕਰਵਾਉਂਦੀ ਸੀ। ਮੇਰੀ ਬੇਟੀ ਨੇ ਗਵਾਹ, ਮੇਰੀ ਬੇਟੀ ਖੁਦ। ਤੇ ਇੱਕ ਦਿਨ ਮੈਂ ਵੇਖਿਆ ਉਹ ਮੁੰਡਾ ਆਇਆ ਹੈ, ਮਿਲਿਆ ਇਹਨੂੰ। ਪੈਸਿਆਂ ਦੀ ਲਾਲਚ ਪੈ ਗਈ ਸੀ ਉਹਨੂੰ। ਉਹ ਕਿਹੜਾ ਬਾਬਰ, ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਤਸਵੀਰਾਂ ਬਣਾਉਂਦਾ ਹੈ, ਮਾਮੇ ਸਹੁਰਿਆਂ ਦੇ ਸ਼ਰਾਬ ਪਿਆਉਂਦੇ ਨੇ ਤੇ ਨਾਲੇ ਉਹ ਪੈਸੇ ਵੀ ਦਿੰਦਾ, नाले मूवियाँ भी बनाता। मैं अपनी अखी वेख्या है। इसकी बेगम रात को इसको नशे की गोलियां खिलाकर दूसरे यार के साथ गलत काम करती थी, एक ही घर में। लेकिन रात को ये उठा और इसने मौके पर इसके यार को भी पकड़ा, बेगम के यार को, और बेगम को भी पकड़ा। आगे की कहानी क्या है इससे बात करेंगे। बेगम इसको नशा क्यों करवाती थी, इसको सुलह क्यों देती थी, और जब सुलह फिर इस अपने यार के साथ गलत काम क्यों करती थी, ये सारी हकीकत बताएगा हमें। अस्सलाम वालेकुम। वालेकुम सलाम। शादी को कितना अर्सा हो गया था? 15 साल हो गए। 15 साल हो गए। बच्चे भी हैं? हाँ जी, एक 14 साल की बेटी, एक 6 साल की, एक 5 साल का मुंडा, एक 4 साल का, एक बच्चा फौत हो गया। 4-5 बच्चे हैं? 5 बच्चे। 5 बच्चे। 4 है। क्या थी कि आपको नशे की गोलियां खिलाती थी और अपने यार को बुलाती थी घर? सर मैं सारी उम्र काम किया जुत्तियां का। अगर जुत्तियां का काम नहीं है तो मैं दिहाड़ियां कीतियां 3-3 महीने। अच्छा। ਤੇ ਉੱਥੇ ਮੈਂ ਚਲੇ ਗਿਆ ਸਾਂ। ਇੱਥੋਂ ਮੇਰੀ ਸੱਸ ਲੈ ਗਈ ਤੇ ਕਹਿੰਦੀ ਅੱਧਾ ਕਿਰਾਇਆ ਮੈਂ ਦਿਆਂਗੀ, ਅੱਧਾ ਤੁਸੀਂ ਦੇਣਾ ਕਰਨਾ। ਉਹਨੇ 1 ਮਹੀਨਾ ਕਿਰਾਇਆ ਦਿੱਤਾ 2000 ਰੁਪਈਆ। ਉਸ ਤੋਂ ਬਾਅਦ ਮੈਂ ਕਿਹਾ ਮਾਂ ਜੀ ਦਿਓ, ਅਸੀਂ ਤੰਗ ਬੜੇ ਆ, ਕੰਮ ਨਹੀਂ ਹੈਗਾ। ਤੇ ਕਹਿੰਦੀ ਮੇਰੇ ਕੋ ਨਹੀਂ ਦਿੱਤੇ ਜਾਂਦੇ। ਸੱਸ ਮੇਰੀ ਫਿਰ ਉਹਨੇ ਕੰਮ ਤੇ ਲਵਾਤਾ ਮੇਰੀ ਬੇਗਮ ਨੂੰ। ਇੱਕ ਘਰ 'ਚ 2 ਮੈਂ ਕੰਮ ਕਰਨਾ। ਬੇਗਮ ਨੂੰ ਕੰਮ ਤੇ ਲਵਾਤਾ? ਹਾਂਜੀ ਕਿਸੇ ਦੇ ਘਰ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਜੁੱਤੀਆਂ ਦਾ, ਲੇਡੀ ਜੁੱਤੀਆਂ। ਅੱਛਾ, ਕਿੰਨਾ ਅਰਸਾ ਹੋ ਗਿਆ ਸ਼ਾਦੀ ਨੂੰ? 15 ਸਾਲ। 15 ਸਾਲ ਹੋ ਗਏ। ਉਹਦੇ 15 ਸਾਲ ਜੋ ਸ਼ਾਦੀ ਤੋਂ ਸਟਾਰਟ ਦੇ ਵਿੱਚ ਹੀ ਉਹਨੇ ਇਹ ਕੰਮ ਕੀਤਾ ਸੀ ਕਿ ਨਹੀਂ? ਸ਼ੁਰੂ ਨਹੀਂ ਹੁਣ ਕੀਤਾ ਸੀ ਉੱਥੇ ਜਾ ਕੇ। ਕੀ ਵਜ੍ਹਾ ਹੈ ਹੁਣ? ਉਹ ਕਿਹੜੇ ਉੱਥੇ ਦੇ ਕਸਾਈ ਨੇ ਨਾ ਬਾਬਰ ਤੇ ਭੋਲਾ, ਉਹਨਾਂ ਦੀ ਵਜ੍ਹਾ ਤੋਂ ਮੇਰਾ ਘਰ ਬੇੜਾ ਗਰਕ ਹੋ ਗਿਆ। ਉਹ ਕਿਹੜਾ ਬਾਬਰ, ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਤਸਵੀਰਾਂ ਬਣਾਉਂਦਾ ਤੇ ਮੇਰੇ ਮਾਮੇ ਸਹੁਰੇ ਕਿਹੜੇ ਉਹਨਾਂ ਦੇ ਘਰ ਜਾ ਕੇ ਉਹ ਕਸਾਈ ਮਾਮੇ ਸਹੁਰਿਆਂ ਦੇ ਸ਼ਰਾਬ ਪਿਆਉਂਦੇ ਨੇ ਤੇ ਨਾਲੇ ਉਹ ਪੈਸੇ ਵੀ ਦਿੰਦਾ, ਨਾਲੇ ਕਰਦੇ, ਨਾਲੇ ਮੂਵੀਆਂ ਵੀ ਬਣਾਉਂਦਾ। ਮੈਂ ਆਪਣੀ ਅੱਖੀ ਵੇਖਿਆ। ਗਰਾਨੀ ਮਾਨੀ। ਤੁਸੀਂ ਜਿਹਨੂੰ ਫੜਿਆ ਹੈ? ਹਾਂਜੀ ਉਹਨਾਂ ਦਾ ਹੀ ਬੰਦਾ ਸੀ? ਉਹਨਾਂ ਦਾ ਹੀ ਬੰਦਾ ਸੀ। ਇਹ ਮਾਲਕ ਹੈ, ਇਹ ਮਾਲਕ ਵੀ ਇਹ ਕੰਮ ਕਰਦੇ ਨੇ। ਅੱਛਾ। ਤੇ ਮੇਰਾ ਘਰ ਖਰਾਬ ਕਰਨ ਵਾਲਾ ਬਾਬਰ ਤੇ ਭੋਲਾ, ਉਹਨਾਂ ਦੇ ਗੋਦਾਮ 'ਚੋਂ ਇਹ ਫੜੀ ਗਈ ਸੀ। ਫੜਿਆ ਕਿਸ ਤਰ੍ਹਾਂ ਤੁਸੀਂ? ਮੈਂ ਕੰਮ ਕਰਨਾ ਸੀ ਮੀਏ ਮਨਸ਼ੇ ਦੇ ਬੈਂਕ 'ਚ। ਅੱਛਾ। ਵੇਖਿਆ ਹੈਗਾ ਤੁਸੀਂ ਲਿਬਰਟੀ ਬੈਂਕ 'ਚ। ਅੱਗੋਂ ਦੱਸੋ। ਅੱਛਾ। ਤੇ ਮੈਂ ਰਾਤ ਨੂੰ ਗਿਆ 8-9 ਵਜੇ। ਅੱਛਾ। ਰੋਟੀ ਖਾਧੀ, 9 ਵੱਜ ਗਏ, ਚਾਹ ਪੀਤੀ ਤੇ ਮੈਂ ਸੌਂ ਗਿਆ। ਚਾਹ ਦੇ ਵਿੱਚ ਨਸ਼ਾ? ਹਾਂਜੀ ਚਾਹ 'ਚ। ਮੇਰੀ ਬੇਟੀ ਗਵਾਹ ਹੈ। ਬੱਚੇ ਸੀ ਘਰ? ਬੱਚੇ ਵੀ ਸੁੱਤੇ ਸੌ ਜਾਂਦੇ ਸੀ। ਬੱਚੇ ਨੂੰ ਵੀ ਨਸ਼ਾ ਕਰਵਾਉਂਦੀ ਸੀ? ਹਾਂਜੀ ਮੇਰੇ ਬੱਚਿਆਂ ਨੂੰ ਵੀ ਕਰਵਾਉਂਦੀ ਸੀ। ਮੇਰੀ ਬੇਟੀ ਨੇ ਗਵਾਹ ਹੈ, ਮੇਰੀ ਬੇਟੀ ਖੁਦ। ਮੇਰਾ ਪੁੱਪੀ ਦਾ ਪੁੱਤਰ ਹੈ, ਮਾਲੀਪੁਰੇ ਰਹਿੰਦਾ ਹੈ, ਹਾਜੀ ਮੁਸ਼ਤਾਕ। ਇਹ ਕੰਮ ਕਿਤਨੇ ਅਰਸੇ ਤੋਂ ਸ਼ੁਰੂ ਹੋਇਆ? ਇਹ 2-3 ਦਿਨ ਹੋ ਗਏ ਸੀ ਇਹ ਕੰਮ ਤੋਂ। ਅੱਛਾ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੀ ਬੇਗਮ ਤੁਹਾਨੂੰ ਨਸ਼ਾ ਕਰਵਾਉਂਦੀ? ਮੇਰਾ ਭਾਈ ਰਹਿੰਦਾ ਸੀ ਉੱਥੇ, ਉਹਦੇ ਘਰ ਛੇੜਾ ਭੈਣ ਨਾਲ ਸੀ, ਭਰਜਾਈ ਮੇਰੀ ਦੇ। ਉਹਨੇ ਕਿਹਾ ਮੈਨੂੰ ਇੱਕ ਦਿਨ, ਕਹਿੰਦਾ ਯਾਰ ਤੇਰੀ ਬੇਗਮ ਨੇ ਨਾ ਮੈਸੇਜ ਕਰਦੀ। ਤੇ ਇੱਕ ਦਿਨ ਮੈਂ ਵੇਖਿਆ ਉਹ ਮੁੰਡਾ ਆਇਆ ਹੈ, ਮਿਲਿਆ ਇਹਨੂੰ। ਅੱਛਾ। ਫਿਰ ਉਹਨੇ ਮੈਂ ਮਾਰਿਆ ਤੁਹਾਡੇ ਭਾਈ ਨੇ ਕਿਹਾ? ਹਾਂਜੀ। ਅੱਛਾ। ਤੇ ਇਲਜ਼ਾਮ ਤੇ ਨਹੀਂ ਲਾ ਰਹੀ ਆਪਣੀ ਬੇਗਮ? ਨਹੀਂ ਨਾ। ਬੱਚੇ ਨੂੰ ਨਹੀਂ ਪਤਾ ਲੱਗਾ ਕਿ ਇਸ ਤਰ੍ਹਾਂ ਕੰਮ ਹੁੰਦਾ ਸਾਰਾ? ਬੱਚੇ ਛੋਟੇ ਸੀ ਉਦੋਂ ਮੇਰੇ। ਅੱਛਾ। ਬੱਚੀ ਮੇਰੀ ਉਦੋਂ ਹੈਗੀ ਸੀ ਮੇਰਾ ਹਾਲ 13 ਸਾਲਾਂ ਦੀ, ਕਦੋਂ ਇਹ ਗੱਲ ਹੋਈ, ਸਾਲ ਹੋ ਗਿਆ। ਤੇ ਤੁਸੀਂ ਉਹਦੇ ਯਾਰ ਨੂੰ ਕਿਸ ਤਰ੍ਹਾਂ ਮੌਕੇ ਤੇ ਫੜਿਆ? ਉਹਨੂੰ ਰਾਤ ਨੂੰ ਫੜਿਆ 2 ਵਜੇ, ਪਿਸ਼ਾਬ ਆਇਆ। ਕਿਸ ਤਰ੍ਹਾਂ? ਪਿਸ਼ਾਬ ਆਇਆ। ਨਸ਼ੇ 'ਚ ਨਹੀਂ ਨਸ਼ੇ ਦੇ ਵਿੱਚ ਸਾਂ। ਅੱਛਾ। ਮੈਨੂੰ ਪਿਸ਼ਾਬ ਆਇਆ, ਮੈਂ ਬੈੱਡ ਤੇ ਸੌਣਾ, ਥੱਲੇ ਮੇਰੀ ਬੇਗਮ ਸੌਂਦੀ ਸੀ। ਸਭ ਵਿਛਾ ਕੇ ਉੱਤੇ ਗੱਦੇ ਵਿਛਾ ਕੇ। ਸਰਦੀਆਂ ਆ ਗਈਆਂ ਸੀ, ਪਿਛਲੀ ਈਦ ਦੀ। ਇਹ ਈਦ ਨਹੀਂ, ਕਿਹੜੀ ਪਿਛਲੀ ਈਦ ਗਈ। ਪਿਛਲੀ ਈਦ ਦੀ ਸਰਦੀਆਂ ਸੀ? ਹਾਂਜੀ। ਮੈਂ ਫੜਿਆ, ਉਹ ਵੇਖਿਆ ਬੂਹਾ ਟੁੱਪਿਆ ਸੀ ਨਾਲ ਦਾ, ਉਹ ਖਾਲੀ ਸੀ ਕਮਰਾ। ਮਾਲਕ ਰਹਿੰਦੇ ਸੀ ਉੱਥੇ, ਥੱਲੇ ਮਾਲਕ ਰਹਿੰਦੇ ਸੀ, ਉੱਤੇ ਅਸੀਂ ਰਹਿੰਦੇ ਹਾਂ। ਤੇ ਉਹ ਕਮਰਾ ਖਾਲੀ ਸੀ। ਵੇਖਿਆ ਤੇ ਦਰਵਾਜ਼ਾ ਖੋਲਿਆ ਤੇ ਬੰਦਾ ਦੇ ਉੱਤੇ ਚੜਿਆ। ਬੇਗਮ ਤੇਰੀ ਹੈ? ਹਾਂ ਮੈਂ ਇਸਤਰੀ ਫੜੀ ਤੇ ਇੰਨਾ ਕੱਪਰ ਉਹਦਾ ਮੈਂ ਖੋਲ ਦਿੱਤਾ। ਤੇ ਬੇਗਮ ਤੇਰੀ ਹੋਸ਼ 'ਚ ਸੀ? ਹਾਂਜੀ। ਅੱਛਾ। ਤੇ ਬੇਗਮ ਨੂੰ ਨਹੀਂ ਪੁੱਛਿਆ? ਮਾਰਿਆ ਉਹਨੂੰ ਮੈਂ। ਫਿਰ ਪਲੇਟ ਉੱਥੇ ਮੈਂ ਕੰਮ ਕਰਨਾ ਮੀਆਂ ਮਨਸ਼ੇ ਦੇ, ਪਲੇਟ ਹੁੰਦਾ ਉਹ, ਉਹਦੇ ਨਾਲ ਮੈਂ ਕੰਮ ਕਰਨਾ। ਮੈਂ ਇੱਥੇ ਰਾਤ ਦਾ, ਮੇਰੇ ਬੱਚੇ ਰੋਣ ਲੱਗ ਪਏ, ਮੈਨੂੰ ਤਰਸ ਆ ਗਿਆ। ਉਹ ਫਿਰ ਨਹਾਤੀ। ਕਿ ਬੱਚੇ ਵੀ ਉੱਠ ਗਏ ਸੀ? ਉੱਠ ਪਏ ਸੀ, ਰੋਣ ਲੱਗ ਪਏ। ਫਿਰ ਉਹ ਨਹਾਤੀ। ਅੱਛਾ। ਨਹਾ ਕੇ 3 ਵਾਰੀ ਉਹਨੇ ਕਰਾਨ ਤੇ ਇੰਜ ਹੱਥ ਰੱਖਿਆ। ਕੀ ਕਿਹਾ ਫਿਰ? ਮੈਂ ਕੰਮ ਨਹੀਂ ਕਰਾਂਗੀ ਤਾਰਕ, ਅੱਗੇ ਤੋਂ ਇਹ ਕੰਮ ਨਹੀਂ ਕਰਾਂਗੀ। यानी कि गलती नहीं करेंगे? नहीं करांगे। मेरे को गलती हो गई, यानी कि वो मान गई सी क्या गलती? ਹਾਂਜੀ। ਫਿਰ गलती क्यों हो गई सी? ਉਹਦੇ ਕੋ ਪੈਸਿਆਂ ਦੀ ਲਾਲਚ ਪੈ ਗਈ ਸੀ ਉਹਨੂੰ। ਤੂੰ ਪੈਸੇ ਨਹੀਂ ਸੀ ਦਿੰਦਾ? ਮੈਂ ਦੇਣਾ, ਭੋਗ ਨਹੀਂ ਸੀ ਪੂਰੇ ਦੇਣਾ ਸਾਂ। ਫਿਰ ਕਿਉਂ ਇਹਨੇ ਇਹ ਕੰਮ ਸ਼ੁਰੂ ਕੀਤਾ ਕਿ ਤੂੰ ਪੈਸੇ ਵੀ ਦਿੰਦਾ ਹੈ, ਸਾਰਾ ਕੁਝ ਕਰਨਾ, ਹਰ ਚੀਜ਼? ਗੋਸ਼ਤ ਵੀ ਪੱਕਦਾ ਸੀ ਜੋ ਤੂੰ ਝੂਠ ਬੋਲ ਰਿਹਾ, ਤੂੰ ਨਹੀਂ ਪੈਸੇ ਨਹੀਂ ਦਿੰਦਾ ਹੋਏਗਾ? ਨਹੀਂ ਸਰ, ਮੈਂ ਇੱਕ ਦਿਨ ਮਰਨਾ ਬੇਗਮ ਦੀ ਵੀ। ਹਰ ਚੀਜ਼ ਪੂਰੀ ਹੋ ਰਹੀ ਹੈ, ਬੇਗਮ ਬਾਹਰ ਮੂੰਹ ਨਹੀਂ ਮਾਰਦੀ? ਨਹੀਂ, ਉਹ ਗਲਤ ਹੈਗੀ ਸੀ, ਉਹਦੀ ਮਾਂ ਨੇ ਗਲਤ ਕੀਤਾ ਸੀ। ਉਹ ਕਸਾਈਆਂ ਦੀ ਵਜ੍ਹਾ ਤੋਂ ਗਲਤ ਸੀ। ਅੱਛਾ। ਹਾਂਜੀ ਮੇਰੇ ਮਾਮੇ ਸਹੁਰੇ ਵੀ ਗਲਤ ਹੋ ਗਏ ਸੀ।
ਝੂਠ ਤੇ ਨਹੀਂ ਬੋਲ ਰਿਹਾ ਨਹੀਂ ਇੱਕ ਇਲਜ਼ਾਮ ਤੇ ਦਿਨ ਨਹੀਂ ਨਹੀਂ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਇੱਕ ਦਿਨ ਮੈਂ ਮਰਨਾ ਵੀ ਹੈ। ਅੱਛਾ ਮੇਰੀ ਚਿੱਟੀ ਦਾੜੀ ਤੇ ਮਾਂ ਪਿਓ ਤੇ ਛੱਡ ਦੇਣੇ ਹੁਣ ਤਲਾਕ ਦੇ ਨਹੀਂ ਉਹਨਾਂ ਨੇ ਜ਼ੇਵਰ ਲਿਖਿਆ ਨਾ 2 ਤੋਲੇ 50,000 ਹੱਕ ਮੈਰ ਅੱਛਾ ਹੱਕ ਮਹਿਰ ਲਿਖੇ ਤੇ 5-6 ਲੱਖ ਦੀਆਂ ਉਹਨਾਂ ਨੇ ਮੈਂ ਚੀਜ਼ਾਂ ਵੀ ਲੈ ਕੇ ਮਹਿਰ ਨਹੀਂ ਦਿੱਤਾ ਜਾਂਦਾ ਨਹੀਂ 5-6 ਲੱਖ ਦੀਆਂ ਤੇ ਚੀਜ਼ਾਂ ਉਹ ਵੀ ਨਹੀਂ ਖੁੱਲਾ ਲੈ ਰਹੀ ਨਹੀਂ ਲੈ ਰਹੇ ਉਹ ਕੱਲ ਮੈਂ ਗੱਲ ਕੀਤੀ ਬੱਚੇ ਕਿਹਦੇ ਕੋਲ ਨੇ ਬੱਚੇ ਉਹਦੇ ਕੋਲ ਹੀ ਨੇ ਲੈ ਬੱਚੇ ਉਹਦੇ ਕੋਲ ਨੇ ਬੱਚੇ ਜਦੋਂ ਪਤਾ ਹੈ ਬੱਚਿਆਂ ਨੂੰ ਮਾਂ ਠੀਕ ਨਹੀਂ ਹੈ ਉਹ ਬੱਚੇ ਫਿਰ ਉਹ ਸਾਰੇ ਮੇਰੇ ਕਹਿੰਦੇ ਅਦਾਲਤ ਚ ਤਲਾਕ ਭੇਜ ਤੈਨੂੰ ਅਦਾਲਤ ਚ ਬੱਚੇ ਦਾਂਗੇ ਅੱਛਾ ਮੈਂ- ਸਲਾ ਕਹਿੰਦਾ ਹਾਂ ਤੇ ਮੈਂ ਹਲੇ ਵੀ ਇਹ ਜਾਨਾ ਮੈਂ ਸੁਲਾ ਕਰ ਲਾ ਫਿਰ ਮੈਨੂੰ ਲੱਗ ਰਿਹਾ ਹੈ ਮੈਨੂੰ ਡਾਊਟ ਹੋ ਰਿਹਾ ਸ਼ੱਕ ਪੈ ਰਿਹਾ ਕਿ ਤੂੰ ਝੂਠ ਬੋਲਦਾ ਪਿਆ ਇਲਜ਼ਾਮ ਲਾ ਰਿਹਾ ਆਪਣੇ ਨਹੀਂ ਸਰ ਮੈਂ ਕਸਮ ਵਾਲੀ ਬੱਚੇ ਫਿਰ ਉਹਦੇ ਕੋਲ ਕਿਵੇਂ ਰਹਿ ਰਹੇ ਨੇ ਜਦੋਂ ਤੂੰ ਮਾਂ ਹੈ ਬੱਚੇ ਛੋਟੇ ਨੇ ਨਹੀਂ ਰਹਿ ਸਕਦੇ ਮੇਰੇ ਕੋਲ ਬੱਚੇ ਚੰਗੇ ਮੈਂ ਪਰ ਘਰ ਕਰਾਇਆ ਅੱਛਾ ਬੱਚੀ ਜਵਾਨ ਹੈ ਹੁਣ ਮੇਰੀ ਬੱਚੇ ਦੂਸਰੇ ਵੀ ਜਵਾਨ ਨਹੀਂ ਇੱਕ 6 ਸਾਲ ਦਾ ਹੈ ਬੱਚੀ ਮੇਰੀ ਇੱਕ 5 ਸਾਲ ਸਮਝਦਾਰ ਨੇ ਇੱਕ 4 ਸਾਲ ਦਾ ਹੈ, ਛੋਟੇ ਬੱਚੇ ਨੇ ਇਸ ਪਰ ਮੈਂ ਨਹੀਂ ਲੈ ਮੈਂ ਕਿਹਾ ਮਾਂ ਹੀ ਹੁੰਦੀ ਮੈਂ ਵੀ ਮਾਂ ਦਾ ਪੁੱਤਰ ਤੂੰ ਕੋਈ ਨਸ਼ਾ ਕਰਨਾ ਨਹੀਂ ਕੋਈ ਨਹੀਂ ਸਿਰਫ ਸਿਗਰਟ ਪੀਣਾ ਸਾਦਾ ਮਾਰਦਾ ਮੂਰਦਾ ਸੇ ਆਪਣੀ ਮਾਰਨਾ ਸਾਂ ਤੇ ਕਦੋਂ ਇੱਕ ਕਿਉਂ ਮਾਰਨਾ ਸੇ ਆਪਣੀ ਕਦੋਂ ਇਹ ਕੰਮ ਹੋਇਆ ਨਾ ਮੇਰਾ ਸੱਸ ਤੇ ਸਾਲਾ ਆਇਆ ਬਿਲਾ ਵਜ੍ਹਾ ਤੇ ਨਹੀਂ ਮਾਰਦਾ ਸੇ ਮਾਰਨਾ ਸਾਂ ਕਿਉਂ ਮਾਰਨਾ ਸੇ ਆਪਣੀ ਬੁੱਢੀ ਨੂੰ ਗਲਤ ਆ ਦੀ ਤੇ ਫਿਰ ਉਹ ਗਲਤ ਆ ਗਈ ਸੀ ਗਲਤੀ ਸੀ ਹਾਂਜੀ ਮੈਂ ਜ਼ਿਆਦਾ ਕੁੱਟਦਾ ਸੀ ਮਾਰਨਾ ਸਾਂ ਮੈਂ ਝੂਠ ਨਹੀਂ ਮਾਰਦਾ ਮਾਰਨਾ ਸਾਂ ਮਾਰਨ ਦੀ ਵਜ੍ਹਾ ਤੋਂ ਤਾਂ ਨਹੀਂ ਉਹ ਅੱਗ ਗਈ ਤੇਰੇ ਨਹੀਂ ਇਹ ਮਾਰਦਾ ਹੈ ਮੈਨੂੰ ਬੁੱਢੀ ਨੂੰ ਮਾਰ ਲਓ ਦੀਵਾਰ ਨੂੰ ਮਾਰ ਲਓ ਮੈਂ ਖਾਨਦਾਨੀ ਬੰਦਾ ਵਾਂ ਤੇ ਛੱਡ ਦੇ ਫਿਰ ਤਲਾਕ ਦੇ ਉਹਨੂੰ ਤਲਾਕ ਦੇਣਾ ਮੈਂ ਤੇ ਮੇਰੇ ਕੋਲ ਇਹ ਖਰਚਾ ਨਹੀਂ ਹੈਗਾ ਦੇਣ ਵਾਸਤੇ ਉਹਦੇ ਹੱਕ ਮਹਿਰ ਨਹੀਂ ਹੈਗਾ ਨਹੀਂ ਹੈਗਾ ਤੇ ਜੱਜ ਕੀ ਕਹਿੰਦੇ ਨੇ ਕਦੀ ਇਹ ਅਦਾਲਤ ਤੇ ਹੋਇਆ ਨਹੀਂ ਮੈਂ ਗਿਆ ਹੀ ਨਹੀਂ ਨਹੀਂ ਗਿਆ ਅਸੀਂ ਨਾ ਦੇਣੇ ਤਲਾਕ ਬੈਨ ਜੀ ਰਹਿ ਰਹੇ ਹੋ ਇੰਜ ਹੀ ਰਹਿ ਰਹੇ ਹਾਂ ਸਰਕਾਰਾਂ ਕੋ ਇੱਥੇ ਦਿਹਾੜੀ ਤੇ ਕਰੀ- ਬੱਚੇ ਕਿੱਥੇ ਨੇ ਬੱਚੇ ਮਾਂ ਕੋ ਯਾਦ ਨਹੀਂ ਆਉਂਦੇ ਤੈਨੂੰ ਆਂਦੇ ਨੇ ਕਿਉਂ ਨਹੀਂ ਆਂਦੇ ਤੇ ਮਿਲਦਾ ਨਹੀਂ ਬੱਚਿਆਂ ਨੂੰ ਫੋਨ ਤੇ ਗੱਲ ਹੁੰਦੀ ਬਸ ਉਹ ਫੋਨ ਤੇ ਹੁੰਦੀ ਹੈ ਕੱਲ ਗੱਲ ਕੀਤੀ ਉਹ ਕਹਿੰਦੇ ਬੱਚਿਆਂ ਨੇ ਵੀ ਕਦੀ ਨਹੀਂ ਕਿਹਾ ਕਿ ਅੱਬੇ ਨੂੰ ਮਿਲ ਲਈਏ ਉਹ ਛੋਟਾ ਬੱਚਾ ਮੇਰਾ ਉਹਦਾ ਨਾਮ ਮੁਹੰਮਦ ਅਲੀ ਉਹ ਕਹਿੰਦਾ ਪਾਪਾ ਤੂੰ ਆਈ ਆ ਤੇ ਸਾਲੇ ਮੇਰੇ ਕਹਿੰਦੇ ਖਬਰਦਾਰ ਤੂੰ ਇੱਥੇ ਆ ਸਾਡੀ ਬਦਨਾਮੀ ਹੋਏਗੀ ਸਾਲੇ ਮੇਰੇ ਖੁਦ ਗਏ ਕਿਉਂ ਨੇ ਬਦਨਾਮੀ ਹੋਈ ਪਤਾ ਨਹੀਂ ਇਸ ਵਜ੍ਹਾ ਤੋਂ ਬੱਚੇ ਕੋਈ ਕਾਨੂੰਨ ਨਹੀਂ ਰੋਕ ਸਕਦਾ ਬੱਚਿਆਂ ਉਹ ਰੋਕਦੇ ਨੇ ਉਹ ਕਹਿੰਦੇ ਅਸੀਂ ਬੱਚੇ ਨਹੀਂ ਤੈਨੂੰ ਉਹਦਾ ਥਾਣੇ ਜਾ ਜਿੱਥੇ ਉਹ ਰਹਿ ਰਹੇ ਨੇ ਥਾਣੇ ਜਾ ਉਹਨਾਂ ਨੂੰ ਕਿਹਾ ਮੇਰੇ ਬੱਚਿਆਂ ਨੂੰ ਮੈਨੂੰ ਮਿਲਣ ਨਹੀਂ ਦੇ ਰਹੇ ਹਾਂਜੀ ਨਹੀਂ ਮਿਲਣ ਦੇ ਰਹੇ ਤੇ ਸਾਲਿਆਂ ਦੇ ਖਿਲਾਫ ਕੰਪਲੇਨ ਲਿਖ ਉਹ ਇੱਥੋਂ ਦਰੋਗੇ ਵਾਲੇ ਚਲੇ ਗਏ ਨੇ ਉੱਥੋਂ ਮਕਾਨ ਵੇਚ ਕੇ ਤੈਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਬੱਚਿਆਂ ਨੂੰ ਮਿਲਣ ਵਾਸਤੇ ਮੇਰੀ ਭੈਣ ਆਈ ਇਹ ਕਾੜਿਓ ਉਹ ਵੀ ਮਾਫੀ ਮੰਗ ਕੇ ਗਈ ਉਹਨੇ ਕਿਹਾ ਚਲੋ ਮੇਰਾ ਭਰਾ ਹੀ ਗੱਲ ਕੀ ਚਾਹੁੰਦਾ ਕੀ ਹੋਣਾ ਇਹ ਮੈਂ ਸੁਲ੍ਹਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕੀਤੀ ਉਹਨਾਂ ਨੇ ਨਹੀਂ ਕੀਤੀ ਯਾਨੀ ਕਿ ਤੂੰ ਸੁਲ੍ਹਾ ਕਰਨਾ ਚਾਹ ਰਹੇ ਹੈ ਮੈਂ ਚਾਹਨਾ ਹਲੇ ਮਾਫੀ ਦੇਣਾ ਚਾਹ ਰਹੇ ਹੈ ਹਾਂਜੀ। ਅੱਛਾ ਅੱਲਾ- ਉਹ ਕਿਸੇ ਪਾਸੇ ਨਹੀਂ ਆ ਰਹੀ ਨਹੀਂ ਉਹਦੇ ਭਰਾ ਕਹਿੰਦੇ ਅਸੀਂ ਤਲਾਕ ਲੈਣੀ ਹੈ ਅਦਾਲਤ ਚ ਤੈਨੂੰ ਬੱਚੇ ਦੇਣੇ ਆ। ਅਦਾਲਤ ਚ ਦੇਣਾ ਹਾਂ मैं क्या ਤੇ ਅਦਾਲਤ ਜੋਗੇ ਤੇਰੇ ਕੋਲ ਪੈਸੇ नहीं है नहीं है वकील करा सके नहीं है ये हालात है जी। इस तरह के कई वाक़यात हमने देखे हैं पहले भी, हमें FIR भी आती हैं इस तरह के कई हमने देखे हैं कि कभी खामन ठीक नहीं होता, खामन भी बाहर मुंह मारता है, और कभी इस तरह की बीवियां जो होती हैं ये भी ठीक नहीं होती। ये पहला वाक़या नहीं है, इस तरह हमने कई वाक़ये देखे हैं और ये होता रहता है। इसमें ये होता है कि या तो फिर खामन उसको ख़र्चा नहीं देता, हकूक़ पूरे नहीं करता बीवी के, या फिर बीवी को गंदी आदत पड़ जाती है बाहर भी मुंह मारने की और खामन के साथ भी। तो इस तरह के वाक़यात होते रहते हैं, हमसे सोशल मीडिया पर भी देखा है। तो ये मामला बहुत सीरियस है, बच्चों का मामला है। ख़ास तौर पर बीवियों को चाहिए, दोनों को चाहिए कॉम्प्रोमाइज़ करें। अगर कॉम्प्रोमाइज़ नहीं करेंगे तो इस तरह बच्चों का जो फ्यूचर है वो तबाह हो जाता है, बच्चों का मुस्तकबिल तबाह हो जाता है। ना बच्चे यहाँ के रहते हैं ना दूसरी जगह के रहते हैं। अगर वो दूसरी करती है तो बच्चे का मुस्तकबिल तबाह होगा, अगर ये दूसरी शादी करेगा तो बच्चे का मुस्तकबिल तबाह ही होगा। यानी कि बच्चे दोनों साइड पे बच्चे ही जो है ना उनका फ्यूचर और उनका मुस्तकबिल तबाह हो जाता है। तो दोनों को चाहिए, मियाँ बीवी को चाहिए कॉम्प्रोमाइज़ करें, दोनों को खुश रहना चाहिए, वो भी बर्दाश्त करे ये भी बर्दाश्त करे। तो ये दिखाना ज़रूरी था। मुझे दिया इजाज़त, अल्लाह हाफ़िज़।